ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ। ਤਾਂ ਪਿਆਰੇ ਵਿਦਿਆਰਥੀਓ, ਅਸੀਂ 9ਵੀਂ 10ਵੀਂ ਦੇ ਸਿਲੇਬਸ ਦੇ ਵਿੱਚ ਜਿਹੜਾ ਨਾਵਲ ਹੈ ਇੱਕ ਹੋਰ ਨਵਾਂ ਸਾਲ ਉਹ ਸ਼ੁਰੂ ਕੀਤਾ ਹੋਇਆ ਹੈ, ਜਿਸ ਦੀ ਕਿ ਪਹਿਲੀ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤੇ ਅੱਜ ਇਸ ਦਾ ਸੈਕਿੰਡ ਭਾਗ ਹੈ ਜਿਹੜਾ ਲੈ ਕੇ ਹਾਜ਼ਰ ਹੋਏ ਹਾਂ। ਹੁਣ ਤੱਕ ਅਸੀਂ ਇਸ ਨਾਵਲ ਦੇ 10 ਪੰਨੇ ਪੜ੍ਹ ਲਏ ਨੇ ਅਤੇ ਅਖੀਰ ਵਿੱਚ ਅਸੀਂ ਦੇਖਿਆ ਸੀਗਾ ਕਿ ਬੰਤੇ ਦੇ ਰਿਕਸ਼ੇ ਦੇ ਉੱਪਰ ਦੋ ਸਵਾਰੀਆਂ ਬੈਠੀਆਂ ਹੋਈਆਂ ਨੇ ਜੋ ਕਿ ਪਤੀ ਪਤਨੀ ਹੈ। ਉਹਨਾਂ ਵਿੱਚੋਂ ਜਿਹੜੀ ਪਤਨੀ ਹੁੰਦੀ ਹੈ ਉਹ ਕਾਫੀ ਮੋਟੀ ਹੈ ਤੇ ਉਹ ਦੋਨੇ ਰਿਕਸ਼ੇ ਦੀ ਸੀਟ ਦੇ ਉੱਪਰ ਬੈਠੇ ਹੋਏ ਨੇ ਤੇ ਆਪਸ ਦੇ ਵਿੱਚ ਗੱਲਾਂ ਕਰ ਰਹੇ ਆ ਦੇਸ਼ ਬਾਰੇ, ਦੇਸ਼ ਦੀ ਰਾਜਨੀਤੀ ਬਾਰੇ ਵਗੈਰਾ। ਤਾਂ ਬੰਤਾ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਹੈ। ਉਸ ਤੋਂ ਅੱਗੇ ਕੀ ਹੁੰਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਦੇਖਦੇ ਹਾਂ। ਬੰਤਾ ਆਪਣੇ ਮਨ ਨਾਲ ਹੀ ਸੋਚ ਰਿਹਾ ਹੈ ਕਿ ਕੋਈ ਮੁਸ਼ਕਲ ਨਹੀਂ ਹੋਣੀ ਬੰਤਿਆ, ਆਪਾਂ ਰਿਕਸ਼ੇ ਉੱਤੇ ਬੈਠੇ ਹੋਵਾਂਗੇ ਤੇ ਰਿਕਸ਼ਾ ਚੱਲਦਾ ਜਾਊ ਆਪੇ। ਭਲੀ ਲੋਕ ਵੀ ਸਾਡੇ ਨਾਲ ਹੀ ਜਾਇਆ ਕਰੂਗੀ ਗੁਰਦੁਆਰੇ। ਹੁਣ ਐਵੇਂ ਜੁੱਲੀ ਵਿੱਚ ਵੜੀ ਰਹਿੰਦੀ ਹੈ। ਬੰਦੇ ਨੇ ਭਾਰੇ ਕੱਪੜੇ ਪਾਏ ਹੋਣ ਤਾਂ ਕੀ ਕਹਿੰਦੀ ਹੈ ਠੰਡ, ਪਰ ਬੰਤਿਆ ਨਿਰੇ ਕੱਪੜੇ ਹੀ ਤਾਂ ਨਹੀਂ, ਕੁਝ ਖਾਣ ਪੀਣ ਨੂੰ ਵੀ ਚਾਹੀਦਾ ਹੈ ਬੰਦੇ ਕੋਲ। ਲੈ ਕਮਲੀਆਂ ਗੱਲਾਂ ਕਰਨ ਲੱਗ ਪਿਆ ਤੂੰ ਤਾਂ, ਖਵਾਵਾਂਗੇ ਆਪਣੀ ਭਲੀ ਲੋਕ ਨੂੰ ਰੱਜ ਕੇ। ਉਦੋਂ ਤਾਂ ਵਾਹ ਵਾਹ ਸੀ, ਹੁਣ ਪਤਾ ਨਹੀਂ ਕੀ ਹੁੰਦਾ ਜਾਂਦਾ ਉਹਨੂੰ, ਦਿਨੋਂ ਦਿਨ ਨਿੱਗਰਦੀ ਜਾਂਦੀ ਹੈ। ਉਹ ਕਿਵੇਂ ਬੰਤਿਆ, ਮੈਨੂੰ ਕੀ ਪਤਾ, ਇਹਨਾਂ ਭਾਈ ਹੋਰਾਂ ਨੂੰ ਪੁੱਛਣਾ ਜਿਹੜੇ ਬੈਠੇ ਹੋਏ ਨੇ ਮੇਰੇ ਰਿਕਸ਼ੇ ਦੀ ਨਰਮ ਨਰਮ ਗੱਦੀ ਉੱਤੇ। ਤੂੰ ਫੇਰ ਐਵੇਂ ਨਾ ਬੋਲੀ ਜਾਇਆ ਕਰ ਜਿੰਨਾ ਚਿਰ ਤੈਨੂੰ ਆਪ ਨੂੰ ਨਾ ਪਤਾ ਹੋਵੇ। ਹੋਰ ਰਿਕਸ਼ਾ ਤੇ ਫੜ 8 ਆਨੇ ਤੇ ਪਾ ਬੋਝੇ ਵਿੱਚ। ਹੋ ਗਿਆ ਨਾ 1.5 ਰੁਪਈਆ ਸਵੇਰੇ ਸਵੇਰੇ। ਹਾਲੇ ਨਵੇਂ ਸਾਲ ਦਾ ਸੂਰਜ ਵੀ ਨਹੀਂ ਚੜਿਆ। ਕਿਵੇਂ ਚੜੇਗਾ ਨਵੇਂ ਸਾਲ ਦਾ ਸੂਰਜ ਐਨੀ ਧੁੰਦ ਵਿੱਚ? ਮੈਨੂੰ ਨਾ ਕੁਝ ਪੁੱਛ ਤੂੰ, ਐਸ ਵੇਲੇ ਦਾ ਕੰਮ ਦਾ ਵੇਲਾ ਏ, ਐਵੇਂ ਗੱਲਾਂ ਵਿੱਚ ਹੀ ਨਾ ਲਾਈ ਰੱਖ। ਅੱਜ ਮੈਂ ਬਹੁਤ ਪੈਸੇ ਕਮਾਉਣੇ ਐ, ਫਿਰ ਸਾਰਾ ਸਾਲ ਬਰਕਤ ਰਹੂ ਆਪਣੀ ਕਮਾਈ ਵਿੱਚ। ਐਨੇ ਨੂੰ ਬੱਚੇ ਉਹਦੀਆਂ ਜਿਹੜੇ ਹੈਗੇ ਰਿਕਸ਼ੇ ਕੋਲ ਨਾ ਸਵਾਰੀਆਂ ਆ ਜਾਂਦੀਆਂ ਨੇ ਜਿਹੜੀਆਂ ਕਿ ਇਸਤਰੀਆਂ ਹੁੰਦੀਆਂ ਨੇ। ਉਹਨਾਂ ਨੂੰ ਉਹ ਕੀ ਕਹਿੰਦਾ, ਆਓ ਭੈਣ ਜੀ ਬੈਠੋ ਬੱਸਾਂ ਦੇ ਅੱਡੇ, ਲੈ ਚੱਲਦੇ ਆ। ਕਿੰਨੇ ਪੈਸੇ? 75 ਪੈਸੇ। 60 ਲੈਣੇ ਹੀ? ਨਹੀਂ, ਜਾਂ ਤੇਰੀ ਮਰਜ਼ੀ। ਤਾਂ ਉਹ ਇਹਨਾਂ ਇਸਤਰੀਆਂ ਦੇ ਨਾਲ ਵਾਰਤਾਲਾਪ ਕਰਦਾ ਹੈ ਜਿਹੜੀਆਂ ਕਿ ਉਹਨੂੰ ਘੱਟ ਪੈਸੇ ਦੇ ਕੇ ਰਾਜ਼ੀ ਹੁੰਦੀਆਂ ਨੇ ਤੇ ਅਖੀਰ ਦੇ ਵਿੱਚ ਉਹ ਸਹਿਮਤ ਹੋ ਜਾਂਦਾ ਹੈ ਕਿ 70 ਪੈਸੇ ਲੈ ਲਓ ਅਤੇ ਮੇਰੇ ਰਿਕਸ਼ੇ ਦੇ ਵਿੱਚ ਬੈਠੋ। ਫਿਰ ਉਹ ਕੀ ਸੋਚਦਾ, ਇਹਨੂੰ ਮੈਂ ਵੇਖਿਆ ਹੋਇਆ ਪਹਿਲਾਂ ਕਿਤੇ। ਪਰਸੋਂ ਇੱਕ ਕੁੜੀ ਉਤਰੀ ਸੀ ਬੱਸ ਵਿੱਚੋਂ, ਮੈਂ ਹੀ ਲਿਆਇਆ ਸੀ ਉਹਨੂੰ ਇਸ ਗਲੀ ਤੱਕ। ਉਹਦੇ ਹੱਥ ਵਿੱਚ ਤਾਂ ਸਿਤਾਰ ਸੀ ਕੱਪੜੇ ਵਿੱਚ ਲਪੇਟੀ ਹੋਈ। ਇਹਦੇ ਕੋਲ ਤਾਂ ਹੁਣ ਬਸ ਇੱਕ ਪਰਸ ਜਿਹਾ ਹੀ ਹੈ ਵੱਡਾ ਸਾਰਾ। ਖਬਰੇ ਉਹੋ ਹੀ ਕੁੜੀ ਹੈ। ਚੱਲ ਤੈਨੂੰ ਕੀ ਬੰਤਿਆ, ਤੂੰ ਆਪਣਾ ਰਿਕਸ਼ਾ ਚਲਾ। ਕਈ ਆਉਂਦੇ ਆ ਤੇ ਕਈ ਚਲੇ ਜਾਂਦੇ ਆ ਥੋੜੇ ਚਿਰ ਪਿੱਛੋਂ। ਜਿਹੜੀ ਸਵਾਰੀ ਮੇਰੇ ਰਿਕਸ਼ਾ ਵਿੱਚ ਬੈਠ ਜਾਂਦੀ ਹੈ ਬਸ ਉਹਦੀ ਰੱਖਿਆ ਕਰਨਾ ਮੈਂ ਆਪਣਾ ਫਰਜ਼ ਸਮਝਦਾ। ਦੋ ਕੁੜੀਆਂ ਜਾਂਦੀਆਂ ਹੁੰਦੀਆਂ ਨੇ ਨਾ ਹਰ ਰੋਜ਼ ਸਵੇਰੇ ਮੇਰੇ ਰਿਕਸ਼ੇ ਵਿੱਚ ਆਪਣੇ ਸਕੂਲ ਨੂੰ। ਮਹੀਨਾ ਕੀਤਾ ਹੋਇਆ ਉਹਨਾਂ ਨਾਲ। ਸਵੇਰੇ ਛੱਡ ਆਉਣਾ, ਸ਼ਾਮ ਨੂੰ ਲੈ ਆਉਣਾ। 10ਵੀਂ ਵਿੱਚ ਪੜ੍ਹਦੀਆਂ ਨੇ ਖੌਰੇ। ਬੜੀਆਂ ਬੀਬੀਆਂ ਕੁੜੀਆਂ ਨੇ ਉਹ ਦੋਵੇਂ। ਪਰ ਇੱਕ ਦਿਨ ਬੜੀ ਅਜੀਬ ਗੱਲ ਹੋਈ। ਸ਼ਾਮ ਨੂੰ ਮੈਂ ਉਹਨਾਂ ਨੂੰ ਘਰੋਂ ਸਕੂਲੋਂ ਘਰ ਲਿਆ ਰਿਹਾ ਸੀ ਕਿ ਰਸਤੇ ਵਿੱਚ ਦੋ ਮੁੰਡਿਆਂ ਨੇ ਪਿੱਛੇ ਸਾਈਕਲ ਲਾ ਦਿੱਤੇ। ਕਾਲਜ ਦੇ ਹੀ ਹੋਣਗੇ ਉਹ ਮੁੰਡੇ, ਬੜੇ ਸ਼ਰਾਰਤੀ ਲੱਗਦੇ ਸੀ। ਥੋੜੇ ਚਿਰ ਪਿੱਛੋਂ ਇੱਕ ਮੁੰਡਾ ਰਿਕਸ਼ੇ ਦੇ ਖੱਬੇ ਪਾਸੇ ਹੋ ਗਿਆ ਤੇ ਦੂਜਾ ਸੱਜੇ ਪਾਸੇ। ਮੈਂ ਦਿਲ ਵਿੱਚ ਧਾਰ ਲਈ ਕਿ ਜੇ ਕਿਸੇ ਮੁੰਡੇ ਨੇ ਸ਼ਰਾਰਤ ਕੀਤੀ ਤਾਂ ਮੈਂ ਫੜ ਲਵਾਂਗਾ ਉਸਨੂੰ। ਉਸ ਤੋਂ ਬਾਅਦ ਇੱਕ ਜਣੇ ਨੇ ਗੀਤ ਗਾਉਣਾ ਸ਼ੁਰੂ ਕਰ ਦਿੱਤਾ, ਦੂਸਰੇ ਨੇ ਵੀ ਉਸਦਾ ਸਾਥ ਦਿੱਤਾ। ਮੈਂ ਪਿੱਛੇ ਮੁੜ ਕੇ ਵੇਖਿਆ, ਮੈਨੂੰ ਬੜਾ ਗੁੱਸਾ ਆਇਆ। ਬਸ ਮੇਰਾ ਗੁੱਸਾ ਸਿਰ ਨੂੰ ਚੜ ਗਿਆ। ਮੈਂ ਰਿਕਸ਼ਾ ਰੋਕ ਲਿਆ ਤੇ ਉਤਰ ਕੇ ਇੱਕ ਜਣੇ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਈਕਲ ਤੇਜ਼ ਕਰਕੇ ਭੱਜ ਗਏ। ਦੂਸਰੇ ਵੱਲ ਮੈਂ ਹੋਣ ਹੀ ਲੱਗਾ ਸੀ ਕਿ ਉਸਨੇ ਮੇਰੀ ਧੌਣ ਉੱਪਰ ਮੁੱਕਾ ਮਾਰਿਆ। ਮੈਂ ਉਸਨੂੰ ਤਾਂ ਦੌੜ ਕੇ ਫੜ ਵੀ ਲੈਂਦਾ, ਪਰ ਇੱਕ ਕੁੜੀ ਕਹਿਣ ਲੱਗੀ, ਤੈਨੂੰ ਕਿਹਨੇ ਕਿਹਾ ਸੀ ਰਿਕਸ਼ਾ ਰੋਕਣ ਲਈ? ਐਵੇਂ ਲੋਕਾਂ ਨੂੰ ਤਮਾਸ਼ਾ ਦਿਖਾਉਣ ਲੱਗਾ ਏ। ਅੱਜ ਮੈਂ ਕਹਾਂਗੀ ਪਾਪਾ ਨੂੰ ਕਿ ਰਿਕਸ਼ਾ ਬਦਲ ਦਿਓ। ਮੈਂ ਫੇਰ ਰਿਕਸ਼ਾ ਚਲਾਉਣ ਲੱਗ ਪਿਆ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਸੋਚਾਂ ਤੇ ਕੀ ਨਾ। ਸੋਚਣਾ ਕੋਈ ਜ਼ਰੂਰੀ ਤਾਂ ਨਹੀਂ ਬੰਤਿਆ, ਬੰਦਾ ਆਪਣਾ ਕੰਮ ਕਰਦਾ ਜਾਵੇ, ਸੋਚਣ ਦੀ ਕੀ ਲੋੜ ਹੈ। ਹੋਰ ਲੱਗਾ ਲਗਾਇਆ ਮਹੀਨਾ ਤੂੰ ਹੱਥੋਂ ਗਵਾਉਣ ਲੱਗਾ ਸੀ। ਇਹ ਤਾਂ ਸੀ ਨਾ ਗੱਲ ਇਹਨਾਂ ਬੀਬੀਆਂ ਕੁੜੀਆਂ ਦੀ। ਅੱਜ ਛੁੱਟੀ ਹੈ ਸਕੂਲ ਵਿੱਚ, ਇਸ ਲਈ ਮੈਂ ਉਧਰ ਨਹੀਂ ਗਿਆ। ਸਾਰਾ ਦਿਨ ਅੱਜ ਆਪਣੇ ਕੋਲ ਹੈ, ਪਰ ਬੱਸਾਂ ਦਾ ਅੱਡਾ ਨੇੜੇ ਆ ਗਿਆ। ਪੁੱਛ ਹੀ ਨਾ ਲਵਾਂ ਇਹਨਾਂ ਨੂੰ ਕਿ ਪਰਸੋਂ ਮੇਰੀ ਰਿਕਸ਼ਾ ਵਿੱਚ ਹੀ ਆਈ ਸੀ ਨਾ। ਚੱਲ ਪੁੱਛ ਲੈਨੇ ਆ, ਪਰ ਨਹੀਂ, ਕੀ ਲੋੜ ਹੈ ਪੁੱਛਣ ਦੀ। ਕੋਈ ਵੀ ਹੋਵੇ, ਆਪਾਂ ਪੈਸੇ ਖਰੇ ਕਰਨੇ ਆ। ਜਦੋਂ ਸਿਤਾਰ ਵਜਾਉਂਦੀ ਹੋਵੇਗੀ ਤਾਂ ਬਹੁਤ ਹੀ ਚੰਗੀ ਲੱਗਦੀ ਹੋਵੇਗੀ। ਫਿਰ ਉਹ ਉਸ ਲੜਕੀ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦਾ ਹੈ ਕਿ ਅੱਡੇ ਦੇ ਅੰਦਰ ਲੈ ਚੱਲਾਂ ਭੈਣ ਜੀ? ਹਾਂ, ਜਿੱਥੇ ਜਲੰਧਰ ਦੀਆਂ ਬੱਸਾਂ ਖੜੀਆਂ ਹੁੰਦੀਆਂ ਨੇ। ਤੁਸੀਂ ਪਰਸੋਂ ਵੀ ਜਲੰਧਰੋਂ ਹੀ ਆਏ ਸੀ? ਕਿਉਂ, ਕੀ ਗੱਲ ਏ? ਉਸ ਦਿਨ ਤੁਹਾਡੇ ਕੋਲ ਸਿਤਾਰ ਵੀ ਸੀ ਤੇ ਕੱਪੜੇ ਵਿੱਚ ਲਪੇਟੀ ਹੋਈ ਸੀ। ਸਿਤਾਰ? ਉਹ ਹੱਸ ਪਈ। ਉਹ ਤਾਂ ਤਾਨਪੁਰਾ ਸੀ। ਅੱਛਾ, ਆਪਾਂ ਨੂੰ ਕੀ ਪਤਾ ਹੈ।
बस रोक दे इत्थे ही। मैं ब्रेकां ला दित्तियां। उसने सीट उत्ते बैठी बैठी नहीं पर्स खोलिया ते 5 ਦਾ ਨੋਟ ਮੇਰੇ ਵੱਲ ਵਧਾਇਆ। ਮੇਰੇ ਕੋਲ ਬਾਕੀ ਪੈਸੇ ਨਹੀਂ ਸਨ। ਉਸਨੇ ਇੱਧਰ ਉੱਧਰ ਦੇਖਿਆ ਤੇ ਫਿਰ ਅਖਬਾਰਾਂ ਰਸਾਲਿਆਂ ਦੀ ਦੁਕਾਨ ਵੱਲ ਨੂੰ ਹੋ ਗਈ। ਹਾਲੇ ਉਸਨੇ 2-3 ਪਲਾਂਘਾਂ ਹੀ ਪੁੱਟੀਆਂ ਸਨ ਕਿ ਇੱਕ ਕੁੜੀ ਦੌੜ ਕੇ ਉਸ ਵੱਲ ਆਈ। ਕਿੱਥੇ ਦੌੜੀ ਜਾਨੀ ਏ? ਹਾਏ ਮੈਂ ਮਰ ਗਈ। ਕਿਉਂ? ਮੈਂ ਨਹੀਂ ਆ ਸਕਦੀ ਇੱਥੇ। ਮਤਲਬ ਇੱਥੇ ਬੱਚੋ 2 ਕੁੜੀਆਂ ਦੀ ਆਪਸੀ ਵਾਰਤਾਲਾਪ ਹੋ ਰਹੀ ਹੈ। ਇੱਕ ਤਾਂ ਉਹ ਕੁੜੀ ਜਿਹੜੀ ਉਸਦੇ ਰਿਕਸ਼ੇ ਉੱਪਰ ਬੈਠੀ ਸੀ, ਤਾਨਪੁਰੇ ਵਾਲੀ ਕੁੜੀ। ਦੂਸਰੀ ਜਿਹੜੀ ਹੈਗੀ ਕੁੜੀ, ਉਹ ਉਸਦੀ ਸਹੇਲੀ ਹੈ ਜਿਹੜੀ ਉਸਨੂੰ ਬੱਸ ਸਟੈਂਡ ਦੇ ਉੱਪਰ ਮਿਲ ਜਾਂਦੀ ਹੈ। ਉਹ ਆਪਸ ਦੇ ਵਿੱਚ ਗੱਲਾਂ ਕਰਦੀਆਂ ਨੇ। ਤਾਂ ਬੰਤਾ ਕੀ ਸੋਚਦਾ ਕਿ ਤੂੰ ਵੀ ਚੱਲ ਬੰਤੇ ਆਪਣੇ ਰਾਹ। ਪੈਸੇ ਤਾਂ ਤੈਨੂੰ ਮਿਲ ਹੀ ਗਏ ਨੇ, ਫਿਰ ਕਿਉਂ ਖੜਾ ਏ ਇੱਥੇ? ਹੁਣ ਤੂੰ ਚਾਹ ਪੀ ਲੈ, 8:30 ਵੱਜਣ ਲੱਗੇ ਐ। ਐਵੇਂ ਤੂੰ ਜਿੱਦ ਪੈ ਗਿਆ ਸੀ ਕਿ ਘਰ ਚਾਹ ਪੀਣੀ ਹੈ। ਫਿਰ ਕੀ ਹੋਇਆ ਜੇ ਭਲੀ ਲੋਕ ਨੇ ਬੈੱਡ ਟੀ ਨਹੀਂ ਬਣਾ ਕੇ ਦਿੱਤੀ? ਰੋਜ਼ ਵਾਂਗ ਚੱਲਣ ਲੱਗਿਆ ਤਾਂ ਪੀ ਲੈਂਦਾ, ਨਾਲੇ ਖਾ ਲੈਂਦਾ ਰਾਤ ਦੀ ਬਚੀ ਹੋਈ ਰੋਟੀ। ਠੀਕ ਹੈ ਬੰਤਿਆ, ਰੋਜ਼ ਰਾਤ ਦੀ ਰੋਟੀ ਹੀ ਖਾਣੀ ਪੈਂਦੀ ਹੈ ਸਵੇਰੇ ਚਾਹ ਨਾਲ। ਪਰ ਅੱਜ ਤਾਂ ਨਵਾਂ ਸਾਲ ਚੜ੍ਹਿਆ, ਕੁਝ ਤਾਂ ਫਰਕ ਹੋਣਾ ਚਾਹੀਦਾ ਹੈ ਅੱਜ ਖਾਣ ਪੀਣ ਵਿੱਚ। ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਵੀ ਨਹੀਂ ਸੀ ਪਤਾ ਕਿ ਕੱਲ ਨੂੰ ਸਵੇਰੇ ਨਵਾਂ ਸਾਲ ਚੜ੍ਹਨਾ ਹੈ। ਕੱਲ ਰਾਤੀ ਘਰ ਮੁੜਦਿਆਂ ਹੋਇਆਂ ਮੈਨੂੰ 2 ਸਵਾਰੀਆਂ ਮਿਲੀਆਂ ਸਨ, ਕਿਸੇ ਕਲੱਬ ਵਿੱਚੋਂ ਆਉਂਦੀਆਂ। ਉਹਨਾਂ ਦੀਆਂ ਗੱਲਾਂ ਤੋਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਦੀ ਕਾਰ ਖਰਾਬ ਹੋ ਗਈ ਸੀ। ਉਸਨੂੰ ਕਲੱਬ ਵਿੱਚ ਹੀ ਖੜਾ ਆਏ ਸੀ। ਘਰ ਉਹਨਾਂ ਦਾ ਨੇੜੇ ਹੀ ਸੀ ਤੇ ਉਹ ਪੈਦਲ ਚੱਲ ਪਏ ਸਨ। ਰਸਤੇ ਵਿੱਚ ਰਿਕਸ਼ਾ ਲੰਘਦਾ ਵੇਖ ਕੇ ਉਹਨਾਂ ਨੇ ਮੈਨੂੰ ਆਵਾਜ਼ ਮਾਰ ਲਈ, ਕਿਉਂਕਿ ਮੈਂ ਵੀ ਉਸੇ ਪਾਸੇ ਹੀ ਜਾਣਾ ਸੀ। ਸੋ ਇਹ 1 ਰੁਪਈਆ ਬਸ ਇਨਾਮ ਵਾਂਗ ਹੀ ਸੀ ਮੇਰੇ ਲਈ। ਫਿਰ ਉਹ ਦੋਨੋਂ ਸਵਾਰੀਆਂ ਆਪਸ ਦੇ ਵਿੱਚ ਗੱਲਾਂ ਕਰਦੀਆਂ ਨੇ ਕਿ ਯਾਰ ਅੱਜ ਕੁਝ ਜ਼ਿਆਦਾ ਹੀ ਖਾਧਾ ਪੀਤਾ ਗਿਆ। ਗੱਲ ਤਾਂ ਮਨ ਦੀ ਮੌਜ ਦੀ ਹੁੰਦੀ ਏ, ਬਸ ਦਿਲ ਵਿੱਚ ਕੋਈ ਹਸਰਤ ਰਹਿਣ ਨਹੀਂ ਦੇਣੀ। ਐਸ਼ ਕਰਾਂਗੇ ਰੱਜ ਕੇ, ਕਮਾਉਂਦੇ ਕਾਹਦੇ ਲਈ ਆ? ਅੱਛਾ ਬਈ ਲਾਲੀ, ਇਹ ਸ਼ਾਮ ਤਾਂ ਮੰਨ ਗਈ ਸਾਡੀ ਚੰਗੀ। ਹੁਣ ਦੱਸ ਭਲਾ ਕੱਲ ਦਾ ਕੀ ਪ੍ਰੋਗਰਾਮ ਏ? ਨਿਊ ਈਅਰ ਦਾ? ਕੱਲ ਦਾ ਪ੍ਰੋਗਰਾਮ ਮੈਂ ਸਵੇਰੇ ਤੈਨੂੰ ਫੋਨ ਉੱਤੇ ਦੱਸਾਂਗਾ, ਬੈੱਡ ਟੀ ਪੀਣ ਲੱਗਿਆ। ਹੁਣ ਤਾਂ ਬਸ ਸੌਣ ਨੂੰ ਜੀ ਕਰਦਾ ਏ ਨਿੱਗੀ ਨਿੱਗੀ ਰਜਾਈ ਵਿੱਚ। ਗੁੱਡ ਨਾਈਟ ਡੀਅਰ। ਇਹ ਤਾਂ ਚੰਗੀ ਕਿਸਮਤ ਸੀ ਮੇਰੀ ਕਿ ਮੈਂ 5ਵੀਂ ਫੇਲ ਸੀ ਤੇ ਉਹਨਾਂ ਦੇ ਨਿਊ ਈਅਰ ਦਾ ਮਤਲਬ ਮੈਂ ਸਮਝ ਲਿਆ। ਨਹੀਂ ਤੇ ਕੀ ਪਤਾ ਲੱਗਣਾ ਸੀ ਮੈਨੂੰ ਉਹਨਾਂ ਦੀਆਂ ਗੱਲਾਂ ਦਾ। ਅੰਗਰੇਜ਼ੀ ਮੈਂ ਸਕੂਲ ਵਿੱਚ ਭਾਵੇਂ ਨਹੀਂ ਸੀ ਪੜ੍ਹੀ, ਪਰ ਸੁਣ ਸੁਣ ਕੇ ਮੈਨੂੰ ਅੰਗਰੇਜ਼ੀ ਦੇ ਕਾਫੀ ਸ਼ਬਦ ਆਉਣ ਲੱਗ ਪਏ ਸਨ। ਭਲੀ ਲੋਕ ਨੂੰ ਜੇਕਰ ਥੋੜ੍ਹੀ ਜਿਹੀ ਅੰਗਰੇਜ਼ੀ ਆਉਂਦੀ ਹੁੰਦੀ ਤਾਂ ਉਹ ਅੱਜ ਮੈਨੂੰ ਬੈੱਡ ਟੀ ਪਿਆ ਦਿੰਦੀ। ਬਣਾ ਬਈ ਚਾਹ, ਅੱਧ ਪਾ ਦੁੱਧ ਦੀ, ਪੱਤੀ ਜਰਾ ਬਹੁਤੀ, ਨਾਲੇ ਫੜਾ ਦੇ ਆਹ 2 ਕੇਕ। ਲਓ ਬਾਦਸ਼ਾਹੋ, ਆ ਜਾਓ ਜਰਾ ਨੇੜੇ ਅੱਗ ਦੇ। ਤਾਂ ਇੱਥੇ ਬੰਤਾ ਹੈ ਜਿਹੜਾ ਉਹ ਬੱਚੋ ਚਾਹ ਪੀਣ ਲੱਗ ਜਾਂਦਾ ਹੈ। ਠੀਕ ਹੈ, 8:30 ਵਜੇ ਦਾ ਸਮਾਂ। ਉਹ ਆਪਣੀਆਂ ਸਵਾਰੀਆਂ ਨੂੰ ਢੋ ਕੇ ਆਇਆ ਤੇ ਹੁਣ ਉਹ ਚਾਹ ਪੀਣ ਦਾ ਜਿਹੜਾ ਮਨ ਬਣਾ ਕੇ ਇੱਥੇ ਖੜ ਗਿਆ। ਇਹ ਧੁੰਦ ਸੌਰੀ ਪਰੇ ਹੀ ਨਹੀਂ ਹਟਦੀ ਕਿਸੇ ਵੇਲੇ, ਪਰ ਅੱਜ ਰੋਜ਼ ਨਾਲੋਂ ਘੱਟ ਏ। ਅੱਜ ਵੀ ਨਹੀਂ ਨਿਕਲਦਾ ਸੂਰਜ। ਖਾਸ ਹੀ ਹੈ ਨਾ ਅੱਜ, ਕਿਉਂਕਿ ਅੱਜ ਨਵਾਂ ਸਾਲ ਚੜ੍ਹਿਆ। ਤੇ ਹੋਰ ਕੀ, ਕੁਝ ਪਤਾ ਵੀ ਹੈ ਕਿਹੜਾ ਸੰਨ ਸ਼ੁਰੂ ਹੋਇਆ ਅੱਜ? ਸੰਨ? ਉਹ ਕੀ ਹੁੰਦਾ? ਇਹ ਵੀ ਨਹੀਂ ਪਤਾ ਤੈਨੂੰ ਯਾਰ? ਤੂੰ ਕੀ ਲੈਣਾ ਸੰਨ ਤੋਂ? ਲੈ ਫੜਾ ਚਾਹ, ਘੁੱਟ ਪੀਏ। ਚੰਗਾ ਨਵਾਂ ਸਾਲ ਚੜ੍ਹਿਆ, ਸਵੇਰ ਦੀ ਚਾਹ ਹੀ ਨਹੀਂ ਪੀਤੀ ਮੈਂ ਤਾਂ। ਫਿਰ ਉਹ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਬੰਤਾ, ਆਪਣੇ ਮਨ ਹੀ ਮਨ ਆਪਣੇ ਆਪ ਨੂੰ ਸੰਬੋਧਨ ਕਰਦਾ ਹੈ ਕਿ ਰੌਲਾ ਕਿਉਂ ਪਾਉਣਾ ਏ ਬੰਤਿਆ, ਚੁੱਪ ਕਰਕੇ ਚਾਹ ਪੀ। ਗੱਲਾਂ ਗੱਲਾਂ ਵਿੱਚ ਤੂੰ 2 ਕੇਕ ਖਾ ਲਏ, ਹੋਰ ਦੱਸ ਕੀ ਖਾਣਾ ਏ? ਕਰ ਲੈ ਮੌਜ ਤੂੰ ਵੀ, ਜੂਨ ਭੋਗਣ ਆਇਆ ਹੋਇਆ ਬੰਦੇ ਦੀ। ਪਤਾ ਹੀ 84 ਲੱਖ ਜੂਨਾਂ ਭੋਗ ਕੇ ਬੰਦੇ ਦੀ ਜੂਨ ਮਿਲਦੀ ਹੈ। ਕਿੰਨੇ ਚੰਗੇ ਨਸੀਬ ਨੇ ਤੇਰੇ ਬੰਤਿਆ ਕਿ ਤੂੰ ਆਦਮੀ ਦੀ ਜੂਨ ਭੋਗ ਰਿਹਾ। ਕਰ ਲੈ ਐਸ਼, ਫੇਰ ਪਤਾ ਨਹੀਂ ਅਗਲੇ ਜਨਮ ਤੈਨੂੰ ਕਿਹੜੀ ਜੂਨ ਮਿਲੇਗੀ। ਚੱਲ ਛੱਡ, ਉਹਨੇ ਕਿਹੜਾ ਸਾਨੂੰ ਪੁੱਛਣਾ ਹੈ। ਬੰਤਿਆ ਦੱਸ ਤਾਂ ਸਹੀ ਭਲਾ, ਜੇ ਉਹ ਪੁੱਛੇ ਤਾਂ ਕਿਹੜੀ ਜੂਨ ਮੰਗੇਗਾ? ਤਾਂ ਮੈਂ ਉਹਨੂੰ ਕਵਾਂਗਾ ਕਿ ਕਿਸੇ ਵੀ ਜੂਨ ਵਿੱਚ ਪਾ ਦੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਆਪਾਂ ਬੰਦੇ ਦੀ ਜੂਨ ਭੋਗੀ ਹੋਈ ਹੈ। ਲੈ ਫੜਾ ਦੇ ਸਿਗਰਟਾਂ ਦੀ ਇੱਕ ਡੱਬੀ, ਨਾਲ ਅਖਬਾਰ ਵੀ ਉਹਨਾਂ ਕਰ ਦੇ। ਵੇਖੀਏ ਤਾਂ ਸਹੀ ਦੁਨੀਆ ਦੇ ਵਿੱਚ ਕੀ ਹੋ ਰਿਹਾ। ਜਰਾ ਸਾਨੂੰ ਵੀ ਸੁਣਾ ਦਿਓ ਇੱਕ ਅੱਧੀ ਖਬਰ। ਲੈ ਫਿਰ ਸੁਣ। ਲਿਖਿਆ ਹੈ, ਅਸੀਂ ਆਪਣੇ ਪਾਠਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹਾਂ। ਅੱਛਾ, ਇਹ ਖਬਰ ਅਖਬਾਰ ਵਿੱਚ ਆਈ ਹੈ? ਨਹੀਂ ਨਹੀਂ ਕਮਲਿਆ, ਇਹ ਖਬਰ ਨਹੀਂ, ਤੂੰ ਇਸ ਨੂੰ ਖਬਰ ਹੀ ਸਮਝ ਲੈ ਬਸ। ਅੱਗੇ ਸੁਣ। ਬੰਬਈ ਵਿੱਚ 163 ਭਾਰਤੀ ਜਿਹੜੇ ਚੋਰੀ ਛੁਪੇ ਆਪਣਾ ਦੇਸ਼ ਛੱਡ ਕੇ ਵਲਾਇਤ ਜਾ ਰਹੇ ਸਨ, ਦੁਬਈ ਦੇ ਕੋਲ ਕਿਸ਼ਤੀ ਡੁੱਬ ਜਾਣ ਦੇ ਕਾਰਨ ਡੁੱਬ ਗਏ ਨੇ। ਕਿਸ਼ਤੀ ਡੁੱਬ ਜਾਣ ਨਾਲ ਤਾਂ ਡੁੱਬਣਾ ਹੀ ਸੀ। ਇਹ ਭਲਾ ਕੀ ਖਬਰ ਹੋਈ? ਬੋਲ ਨਾ ਵਿੱਚ, ਬਸ ਸੁਣੀ ਜਾ। 500 ਵਿਦਿਆਰਥੀਆਂ ਨੇ ਆਪਣੇ ਕਾਲਜ ਦੀ ਬਿਲਡਿੰਗ ਨੂੰ ਨੁਕਸਾਨ ਪਹੁੰਚਾਇਆ। ਫੇਰ ਉਹੀ ਗੱਲ। ਇੰਦਰਾ ਗਾਂਧੀ ਨੇ ਕੱਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ
ਕਿ ਜਿੰਨਾ ਚਿਰ ਹਾਲਾਤ ਸੁਧਰ ਨਹੀਂ ਜਾਂਦੇ ਪਾਕਿਸਤਾਨ ਨਾਲ ਅਸੀਂ ਕੋਈ ਸੰਬੰਧ ਕਾਇਮ ਨਹੀਂ ਕਰ ਸਕਦੇ। ਤਾਂ ਇਸ ਤਰ੍ਹਾਂ ਬੰਤਾ ਆਪਣੇ ਨਾਲ ਵਾਲੇ ਵਿਅਕਤੀ ਨੂੰ ਖਬਰਾਂ ਪੜ੍ਹ ਕੇ ਸੁਣਾ ਰਿਹਾ ਹੈ। ਫਿਰ ਉਹ ਉੱਥੋਂ ਜਾਣ ਲੱਗਿਆ। ਫਿਰ ਆਪਣੇ ਮਨ ਨਾਲ ਗੱਲਾਂ ਕਰਦਾ ਕਿ ਚੱਲ ਛੱਡ ਬੰਤਿਆ, ਤੁਰ ਇੱਥੋਂ, ਇਸ ਨੂੰ ਨਹੀਂ ਸਮਝ ਲੱਗਣੀ ਇਹ ਗੱਲ। ਬਾਕੀ ਦਾ ਸਿਗਰਟ ਰਿਕਸ਼ਾ ਦੀ ਪਿਛਲੀ ਸੀਟ ਉੱਤੇ ਬਹਿ ਕੇ ਪੀਵਾਂਗੇ। ਟੱਪ ਲੱਗਿਆ ਹੋਵੇ ਪਿਛਲੀ ਸੀਟ ਉੱਤੇ ਤਾਂ ਬੈਠਾ ਬੰਦਾ ਇੰਜ ਮਹਿਸੂਸ ਕਰਦਾ ਜਿਵੇਂ ਉਹ ਘਰ ਦੇ ਕਮਰੇ ਵਿੱਚ ਹੀ ਬੈਠਾ ਹੋਵੇ। ਸੱਚਮੁੱਚ ਕੁਝ ਲੋਕ ਇਸ ਸੀਟ ਨੂੰ ਘਰ ਦਾ ਕਮਰਾ ਹੀ ਬਣਾ ਲੈਂਦੇ ਆ। ਤਦੇ ਤਾਂ ਮੈਂ ਹਨੇਰਾ ਹੋਣ ਤੋਂ ਪਿੱਛੋਂ ਕਦੀ ਵੀ ਟੱਪ ਨਹੀਂ ਲਗਾਉਂਦਾ। ਇਹ ਤਾਂ ਮੀਂਹ ਰੋਕਣ ਲਈ ਹੈ। ਚੱਲ ਉੱਠ ਬੰਤਿਆ, ਕੋਈ ਸਵਾਰੀ ਭਾਲ। ਠਹਿਰ, ਇੰਨੀ ਵੀ ਕੀ ਜਲਦੀ ਏ, ਸਾਰਾ ਦਿਨ ਪਿਆ ਸਵਾਰੀਆਂ ਢੋਣ ਨੂੰ। ਨਾਲੇ ਜਿਹੜਾ ਰਿਜ਼ਕ ਮਿਲਣਾ ਬੈਠੇ ਬਿਠਾਏ ਵੀ ਮਿਲ ਹੀ ਜਾਣਾ। ਖਬਰੇ ਮਿਲ ਹੀ ਜਾਵੇ, ਪਰ ਅੱਜ ਤੱਕ ਤਾਂ ਮਿਲਿਆ ਨਹੀਂ ਬੈਠੇ ਬਿਠਾਏ। ਮਿਲਦਾ ਹੋਊ ਉਹਨਾਂ ਨੂੰ, ਆਪਾਂ ਨੂੰ ਤਾਂ ਮਿਲਦਾ ਨਹੀਂ। ਹੋਰਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੈਨੂੰ ਇੱਕ ਸੇਠ ਦਾ ਜ਼ਰੂਰ ਪਤਾ ਹੈ ਜਿਸ ਨੇ ਕਈ ਰਿਕਸ਼ੇ ਬਣਾਏ ਹੋਏ ਹੈ। ਰੋਜ਼ ਸ਼ਾਮ ਨੂੰ ਕਿਰਾਇਆ ਉਸਦੇ ਘਰ ਪਹੁੰਚ ਜਾਂਦਾ ਬੈਠੇ ਬਿਠਾਏ। ਠੀਕ ਹੈ ਬੰਤਿਆ, ਰੁਪਈਆ ਉਸਨੇ ਲਾਇਆ ਹੈ, ਉਹ ਤਾਂ ਹੱਥ ਪੈਰ ਨਹੀਂ ਹਿਲਾਉਂਦਾ ਸਾਡੇ ਵਾਂਗ। ਤੇਰੀ ਤਾਂ ਬਸ ਅਕਲ ਮੋਟੀ ਏ। ਇਹ ਸਾਰਾ ਕਰਮਾਂ ਦਾ ਫਲ ਹੈ। ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹੁੰਦੇ ਨੇ ਨਾ ਪਿਛਲੇ ਜਨਮ ਵਿੱਚ, ਉਹਨਾਂ ਨੂੰ ਇਸ ਜਨਮ ਵਿੱਚ ਚੰਗਾ ਫਲ ਮਿਲਣਾ ਹੀ ਹੋਇਆ। ਤਾਂ ਫਿਰ ਬੰਤਿਆ ਆਪਾਂ ਤਾਂ ਜ਼ਰੂਰ ਬੁਰੇ ਕਰਮ ਹੀ ਕੀਤੇ ਹੋਣਗੇ। ਜੇ ਚੰਗੇ ਕਰਮ ਕਰਦਾ ਹੈ ਤਾਂ ਚੰਗੇ, ਜੇ ਬੁਰਾ ਕਰਦੇ ਹੈ ਤਾਂ ਬੁਰਾ। ਲੈ ਇੰਜ ਨਾ ਟਰਕਾ ਸਾਨੂੰ, ਤਾਂ ਇੱਥੋਂ ਕੀ ਲੁਕਿਆ? ਹਰ ਵੇਲੇ ਤਾਂ ਤੂੰ ਸਾਡੇ ਨਾਲ ਰਹਿਣਾ। ਹਾਲੇ ਤਾਂ ਤੇਰੀ ਉਮਰ 30-35 ਦੀ ਹੈ, ਕੀ ਪਤਾ ਅੱਗੋਂ ਕੀ ਕਰ ਬੈਠੇ। ਬੱਚੋ ਇਹ ਗੱਲਾਂ ਬੰਤਾ ਆਪਣੇ ਆਪ ਨਾਲ ਹੀ ਕਰ ਰਿਹਾ ਹੈ। ਉਹ ਤੂੰ ਕਹਿ ਕੇ ਸੰਬੋਧਨ ਕਰ ਰਿਹਾ ਹੈ ਆਪਣੇ ਆਪ ਨੂੰ। ਪਰ ਇਹ ਤਾਂ ਦੱਸ, ਉਹ ਸੇਠ ਕਿਹੜੀ ਜੂਨ ਵਿੱਚ ਜਾਊ ਜੋ ਜ਼ਿੰਦਗੀ ਖਾ ਹੰਢਾ ਚੁੱਕਿਆ। ਕੀ ਪਤਾ ਅੰਦਰ ਗਤੀ ਉਹ ਚੰਗੇ ਕਰਮ ਹੀ ਕਰਦਾ ਹੋਵੇ, ਪਾਠ ਪੂਜਾ ਹੀ ਕਰਦਾ ਹੋ ਸਕਦਾ। ਉਹ ਤਾਂ ਜਦੋਂ ਵੀ ਰਿਕਸ਼ੇ ਦੀ ਕਿਸ਼ਤ ਦੇਣ ਜਾਂਦਾ ਹੁੰਦਾ ਸੀ, ਮੈਂ ਪਹਿਲਾਂ ਉਸਨੂੰ ਪਾਠ ਕਰਦੇ ਹੀ ਵੇਖਦਾ ਹੁੰਦਾ ਸੀ ਹਮੇਸ਼ਾ। ਕੰਮ ਦੀ ਗੱਲ ਤੂੰ ਛੱਡ, ਉਹਨੇ ਨਾ ਕੀਤਾ ਤੂੰ ਕਰ ਲਿਆ। ਅਸਲ ਗੱਲ ਤਾਂ ਚੰਗੇ ਫਲ ਦੀ ਹੈ। ਫਿਰ ਅੱਗੋਂ ਸਵਾਰੀਆਂ ਆ ਜਾਂਦੀਆਂ ਨੇ। ਖਾਲੀ ਹੈ ਰਿਕਸ਼ਾ? ਹਾਂਜੀ। ਉੱਥੇ ਲਾਇਆ ਸਮਾਨ ਦੇ ਕੋਲ। ਕਿੰਨੀਆਂ ਸਵਾਰੀਆਂ ਨੇ ਜੀ? 3 ਬੱਚੇ ਨੇ, 2 ਜੀ ਅਸੀਂ ਆਪ ਆ। ਕੋਈ ਨਹੀਂ ਜੀ, ਬੱਚਿਆਂ ਦੀਆਂ ਹੀ ਬਰਕਤਾਂ ਨੇ। ਕਟੜਾ ਦੂਲੋ, ਗਲੀ ਮਸਤਰਾਮ। ਉਹ ਕਿੱਥੇ ਹੈ ਜੀ? ਨੇੜੇ ਹੀ ਹੈ, ਮੋੜ ਮੁੜ ਕੇ। 2 ਰੁਪਏ। ਹਾਂਜੀ। ਰਾਹ ਦੀ ਗੱਲ ਹੈ ਬਾਊ ਜੀ, 1 ਰੁਪਇਆ ਦੇਵਾਂਗੇ, ਨਹੀਂ ਪੁੱਗਦਾ। ਜੇ ਨਹੀਂ ਪੁੱਗਦਾ ਹੁੰਦਾ ਤਾਂ ਮੈਂ ਪਹਿਲਾਂ ਹੀ ਰੁਪਈਆ ਮੰਗਣਾ ਸੀ। ਬੱਚਿਆਂ ਦੀ ਕੋਈ ਗੱਲ ਨਹੀਂ, ਆਪਣੇ ਬੱਚਿਆਂ ਵਰਗੇ ਹੀ ਹੈ ਵੀ, ਪਰ ਜ਼ਰਾ ਸਮਾਨ ਵੱਲ ਤਾਂ ਵੇਖੋ। 1 ਟਰੰਕ, 1 ਸੂਟਕੇਸ, 1 ਬਿਸਤਰਾ, ਨਾਲ ਉਹ ਟੋਕਰੀ। ਤਾਂ ਇਸੇ ਤਰ੍ਹਾਂ ਹੀ ਉਹ ਜਿਹੜੀਆਂ ਆਪਣੀਆਂ ਸਵਾਰੀਆਂ ਹੁੰਦੀਆਂ ਜਿਨ੍ਹਾਂ ਦੇ ਨਾਲ 3 ਬੱਚੇ ਹੁੰਦੇ ਆ, 2 ਜੀ ਉਹ ਆਪ ਹੁੰਦੇ ਨੇ, ਉਹਨਾਂ ਨਾਲ ਗੱਲਬਾਤ ਕਰ ਰਿਹਾ ਹੈ, ਜਿਹੜੇ ਕਿ 1 ਰੁਪਈਆ ਦੇਣਾ ਚਾਹੁੰਦੇ ਆ, ਪਰ ਬੰਤਾ ਉਹਨਾਂ ਤੋਂ ਰਿਕਸ਼ੇ ਦੇ 2 ਰੁਪਏ ਮੰਗ ਰਿਹਾ। ਅੱਗੇ ਉਹ ਕੀ ਕਹਿੰਦੇ ਨੇ, ਉਹ ਬੰਤੇ ਦੇ ਉੱਪਰ ਜ਼ੋਰ ਪਾਉਂਦੇ ਨੇ ਕਿ ਉਹ 1 ਰੁਪਏ ਵਿੱਚ ਮੰਨ ਜਾਵੇ, ਪਰ ਬੰਤਾ ਕੀ ਕਹਿੰਦਾ ਹੈ ਕਿ 2 ਤੋਂ ਘੱਟ ਨਹੀਂ ਲੈਣੇ, ਵਾਰਾ ਹੀ ਨਹੀਂ ਖਾਂਦੇ ਬਾਊ ਜੀ, ਚੱਲ ਮੋੜ ਫਿਰ। ਤੇ ਅਖੀਰ ਨੂੰ ਉਹ 2 ਰੁਪਏ ਦੇਣੇ ਮੰਨ ਜਾਂਦੇ ਨੇ। ਇੱਕ ਨਾ ਕਰਕੇ ਮੈਂ ਉਹਨਾਂ ਦਾ ਸਾਰਾ ਸਮਾਨ ਰਿਕਸ਼ੇ ਵਿੱਚ ਟਿਕਾ ਦਿੱਤਾ। ਫਿਰ ਉਹ ਦੋਵੇਂ ਔਖੇ ਸੌਖੇ ਬੈਠ ਗਏ। ਇੱਕ ਬੱਚਾ ਉਹਨਾਂ ਨੇ ਗੋਦੀ ਵਿੱਚ ਲੈ ਲਿਆ। ਹੁਣ ਮੁਸ਼ਕਲ ਵੱਡੇ ਬੱਚੇ ਨੂੰ ਬਿਠਾਉਣ ਦੀ ਸੀ, ਉਹਦੇ ਵਾਸਤੇ ਕੋਈ ਥਾਂ ਹੀ ਨਹੀਂ ਸੀ। ਅਖੀਰ ਮੈਂ ਉਸਨੂੰ ਅੱਗੇ ਡੰਡੇ ਉੱਤੇ ਬਿਠਾ ਲਿਆ। ਉਹ ਬੜਾ ਖੁਸ਼ ਸੀ ਸਭਨਾਂ ਤੋਂ ਅੱਗੇ ਬੈਠ ਕੇ। ਮੈਂ ਵੀ ਬਹੁਤ ਖੁਸ਼ ਸੀ ਉਸਨੂੰ ਆਪਣੇ ਕੋਲ ਬਿਠਾ ਕੇ, ਕਿਉਂਕਿ ਉਹ ਮੇਰੇ ਲੜਕੇ ਦੀ ਹੀ ਉਮਰ ਦਾ ਸੀ, ਉਹਦੇ ਜਿੰਨਾ ਹੀ ਉਸਦਾ ਕੱਦ ਸੀ। ਪਿੱਛੇ ਉਹ ਦੋਵੇਂ ਗੱਲਾਂ ਕਰਨ ਲੱਗ ਪਏ ਤੇ ਮੈਂ ਵੀ ਉਸ ਬੱਚੇ ਨਾਲ ਗੱਲੀ ਲੱਗ ਗਿਆ। ਕੀ ਨਾਂ ਹੈ ਬਈ ਤੇਰਾ? ਰਮਨ। ਬੱਲੇ ਬੱਲੇ ਬਈ, ਬੜਾ ਸੋਹਣਾ ਨਾਂ ਹੈ। ਤੇਰਾ ਕੀ ਨਾਂ ਹੈ? ਮੇਰਾ ਨਾਂ ਹੈ ਰਿਕਸ਼ੇ ਵਾਲਾ। ਇਹ ਵੀ ਕੋਈ ਨਾਂ ਹੈ? ਅੱਛਾ ਇਹ ਦੱਸ ਤੂੰ ਪੜ੍ਹਦਾ ਕਿੰਨਵੀਂ ਵਿੱਚ ਹੈ? ਤੀਸਰੀ ਵਿੱਚ। ਮੇਰਾ ਲੜਕਾ ਵੀ ਤੀਸਰੀ ਵਿੱਚ ਹੀ ਪੜ੍ਹਦਾ ਹੈ। ਤੇਰਾ ਲੜਕਾ? ਤੇਰੇ ਵੀ ਬੱਚੇ ਨੇ? ਹਾਂ, ਕਿਉਂ ਮੇਰੇ ਬੱਚੇ ਨਹੀਂ ਹੋ ਸਕਦੇ? ਉਸਨੇ ਕੋਈ ਜਵਾਬ ਨਾ ਦਿੱਤਾ। ਮੈਂ ਵੀ ਚੁੱਪ ਕਰ ਗਿਆ। ਭਾਰ ਜ਼ਿਆਦਾ ਹੋਣ ਕਰਕੇ ਗੱਲਬਾਤ ਕਰਨੀ ਔਖੀ ਹੋ ਗਈ ਸੀ। ਉਹ ਦੋਵੇਂ ਗੱਲਾਂ ਕਰ ਰਹੇ ਸੀ, ਪਰ ਮੇਰਾ ਧਿਆਨ ਉਹਨਾਂ ਦੀਆਂ ਗੱਲਾਂ ਵਿੱਚ ਨਹੀਂ ਸੀ। ਮੈਂ ਕੁਝ ਵੀ ਸੋਚ ਨਹੀਂ ਸੀ ਰਿਹਾ। ਉਸ ਵੇਲੇ ਮੇਰੀਆਂ ਲੱਤਾਂ ਘੁੰਮ ਰਹੀਆਂ ਸਨ ਤੇ ਰਿਕਸ਼ਾ ਚੱਲ ਰਿਹਾ ਸੀ। ਪੂਰਾ ਟੱਬਰ ਬੈਠਾ ਹੋਇਆ ਸੀ ਸਮਾਨ ਸਮੇਤ ਮੇਰੇ ਰਿਕਸ਼ੇ ਵਿੱਚ, ਤੇ ਮੈਂ ਉਹਨਾਂ ਨੂੰ ਘਰ ਲਿਜਾ ਰਿਹਾ ਸੀ। ਸ਼ਹਿਰ ਦੇ ਅੰਦਰ ਕਾਫੀ ਰੌਣਕ ਸੀ। ਧੁੰਦ ਥੋੜ੍ਹੀ ਜਿਹੀ ਘਟ ਗਈ ਸੀ। ਫਿਰ ਉਹਨਾਂ ਦੀ ਮੰਜ਼ਿਲ ਆ ਗਈ। ਜਿਸ ਪਾਸੇ ਨੂੰ ਮੈਨੂੰ ਉਸ ਆਦਮੀ ਨੇ ਕਿਹਾ ਸੀ, ਮੈਂ ਉੱਧਰ ਮੁੜ ਗਿਆ। ਉਸ ਔਰਤ ਨੇ ਆਪਣੇ ਮਰਦ ਨੂੰ ਹੌਲੀ ਜਿਹੀ ਕਿਹਾ। ਕੁਝ ਪੁੱਛਿਆ ਤਾਂ ਜਵਾਬ ਵਿੱਚ ਉਹ ਮਰਦ ਕਹਿਣ ਲੱਗਾ ਕਿ ਚਿੰਤਾ ਨਾ ਕਰ। ਫਿਰ ਇੱਕ ਗਲੀ ਅੱਗੋਂ ਮੈਂ ਲੰਘਣ ਲੱਗਾ ਤਾਂ ਉਸਨੇ ਮੈਨੂੰ ਰੋਕ ਲਿਆ। ਪਹਿਲਾਂ ਮੈਂ ਬੱਚਿਆਂ ਨੂੰ ਉਤਾਰਿਆ, ਫਿਰ ਸਮਾਨ ਨੂੰ,
ਫਿਰ ਉਹ ਆਪ ਉਤਰੇ। ਫਿਰ ਉਹ ਆਦਮੀ ਗਲੀ ਦੇ ਨਾਲ ਵਾਲੀ ਹਲਵਾਈ ਦੀ ਦੁਕਾਨ ਕੋਲ ਗਿਆ ਤੇ ਕਹਿਣ ਲੱਗਾ, ਕੀ ਹਾਲ ਹੈ ਘਣਸ਼ਾਮ ਜੀ, ਠੀਕ ਹੋ? ਕਿਰਪਾ ਹੈ ਪ੍ਰਭੂ ਦੀ, ਤੁਸੀਂ ਸੁਣਾਓ। ਬਹੁਤ ਦਿਨ ਲਾਇਆ ਏ, ਬਸ ਲੱਗ ਹੀ ਜਾਂਦੇ ਨੇ ਵਿਆਹ ਸ਼ਾਦੀ ਵਿੱਚ ਇੰਨੇ ਕੁ ਦਿਨ ਤਾਂ। ਅੱਛਾ 2 ਰੁਪਏ ਤਾਂ ਦੇਣਾ ਟੁੱਟੇ ਹੋਏ, ਮੇਰੇ ਕੋਲ ਹੈ ਨਹੀਂ, ਮੇਰੇ ਕੋਲ ਨੋਟ ਵੱਡਾ ਏ। ਕੋਈ ਗੱਲ ਨਹੀਂ ਜੀ, ਐ ਲਓ 2 ਰੁਪਏ। ਵੱਡਾ ਨੋਟ ਟੁੱਟਣਾ ਵੀ ਤਾਂ ਕੋਈ ਸੌਖੀ ਗੱਲ ਨਹੀਂ। ਉਂਝ ਬੰਦੇ ਕੋਲ ਨੋਟ ਹੋਵੇ ਤਾਂ ਚਿੰਤਾ ਦੀ ਕੋਈ ਗੱਲ ਹੀ ਨਹੀਂ ਹੁੰਦੀ। ਇਸ ਨੋਟ ਦੇ ਆਸਰੇ ਬੰਦਾ ਜਿੰਨੇ ਚਾਹੇ ਪੈਸੇ ਫੜ ਸਕਦਾ। ਇਹ ਗੇੜ ਇੰਝ ਹੀ ਚੱਲੀ ਜਾ ਰਿਹਾ ਜ਼ਿੰਦਗੀ ਦਾ। ਠੀਕ ਹੈ ਨਾ ਬੰਤਿਆ, ਮੈਂ ਕੁਝ ਗਲਤ ਤਾਂ ਨਹੀਂ ਕਹਿ ਰਿਹਾ? ਕੀ ਨਾਂ ਸੀ ਉਸ ਮੁੰਡੇ ਦਾ? ਰਮਨ। ਹਾਂ ਹਾਂ ਰਮਨ। ਮੇਰੇ ਪੁੱਤਰ ਦਾ ਨਾਂ ਫੁੰਮਣ ਹੈ। ਚੰਗਾ ਹੈ ਨਾ ਇਹ ਨਾਂ ਵੀ? ਮੈਨੂੰ ਤਾਂ ਚੰਗਾ ਨਹੀਂ ਸੀ ਲੱਗਦਾ ਪਹਿਲਾਂ। ਮੈਂ ਕਿਹਾ ਇਹ ਵੀ ਕੋਈ ਨਾਂ ਹੈ, ਪਰ ਉਹ ਨਹੀਂ ਮੰਨੀ ਭਲੀ ਲੋਕ। ਕਹਿਣ ਲੱਗੀ ਕੀ ਹੋਇਆ ਇਸ ਨਾਂ ਨੂੰ, ਕਿੰਨਾ ਸੋਹਣਾ ਤਾਂ ਨਾਂ ਹੈ, ਆਪਾਂ ਆਪਣੇ ਮੁੰਡੇ ਦਾ ਨਾਂ ਫੁੰਮਣ ਹੀ ਰੱਖਾਂਗੇ। ਅਸਲ ਵਿੱਚ ਸਾਰੇ ਹੀ ਚੰਗੇ ਹੁੰਦੇ ਆ, ਗੱਲ ਤਾਂ ਬੰਦਿਆਂ ਦੇ ਚੰਗੇ ਮੰਦੇ ਹੋਣ ਦੀ ਹੈ। ਐਨੇ ਨੂੰ ਬੱਚੇ ਹੋਰ ਸਵਾਰੀਆਂ ਆ ਜਾਂਦੀਆਂ ਨੇ। ਉਹ ਪੁੱਛਣ ਲੱਗਦੀਆਂ ਨੇ ਕਿ ਚੱਲੇਗਾ ਗੁਰੂ ਰਾਮਦਾਸ ਦੀ ਸਰਾਂ? ਹਾਂਜੀ ਚਲੇ ਜਾਵਾਂਗੇ। 1 ਰੁਪਈਆ? ਚਲੋ 1 ਰੁਪਈਆ ਹੀ ਸਹੀ। ਤੇ ਉਹ 1 ਰੁਪਈਏ ਦੇ ਵਿੱਚ ਗੱਲ ਨਿਬੇੜ ਕੇ ਰਿਕਸ਼ੇ ਦੇ ਵਿੱਚ ਬੈਠ ਗਏ। ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਲੱਗਦਾ ਸੀ। ਮੈਂ ਭਾਵੇਂ 2 ਰੁਪਈਏ ਵੀ ਮੰਗ ਲੈਂਦਾ ਤਾਂ ਵੀ ਨਾ ਨਹੀਂ ਸੀ ਕਰਨੀ। ਪਰ ਆਪਣਾ ਇਹ ਕੰਮ ਨਹੀਂ, ਆਪਾਂ ਹੱਕ ਹੀ ਲਈਦਾ, ਕਿਸੇ ਨੂੰ ਐਵੇਂ ਤੰਗ ਨਹੀਂ ਕਰੀਦਾ। ਕਈ ਲੋਕ ਖੁਸ਼ੀ ਜਾਂ ਗਮੀ ਵਿੱਚ ਵੱਧ ਦੇਣ ਨੂੰ ਤਿਆਰ ਹੋ ਜਾਂਦੇ ਆ, ਪਰ ਆਪਾਂ ਨਹੀਂ ਮੰਗੀਦੇ। ਬੜੀ ਰੌਣਕ ਹੈ ਇਸ ਬਾਜ਼ਾਰ ਵਿੱਚ, ਬੜੀਆਂ ਝੰਡੀਆਂ ਲੱਗੀਆਂ ਹੋਈਆਂ, ਨਾਲੇ ਥਾਂ ਥਾਂ ਤੇ ਗੁਰੂਆਂ ਦੀਆਂ ਤਸਵੀਰਾਂ ਵੀ ਲਟਕ ਰਹੀਆਂ। ਓਏ ਬੰਤਿਆ, ਤੂੰ ਤਾਂ ਬੜਾ ਪਾਪੀ ਐ। ਤੈਨੂੰ ਨਹੀਂ ਪਤਾ ਅੱਜ ਜਨਮ ਦਿਨ ਹੈ ਬਾਜਾਂ ਵਾਲੇ ਸੱਚੇ ਪਾਤਸ਼ਾਹ ਦਾ। ਸਵੇਰੇ ਜਦੋਂ ਤੂੰ ਘੰਟਾ ਘਰ ਗਿਆ ਸੀ ਤਾਂ 2 ਭਾਰੀਆਂ ਭਾਰੀਆਂ ਸਵਾਰੀਆਂ ਛੱਡਣ ਵੇਖਿਆ ਨਹੀਂ ਸੀ ਤੂੰ ਸਜੇ ਹੋਏ ਬਾਜ਼ਾਰ ਨੂੰ? ਧੁੱਪ ਕਿੰਨੀ ਨਿੱਘੀ ਨਿੱਘੀ ਐ, ਜੀ ਕਰਦਾ ਇੱਕ ਥਾਂ ਉੱਤੇ ਰਿਕਸ਼ਾ ਰੋਕ ਕੇ ਥੋੜ੍ਹੀ ਜਿਹੀ ਧੁੱਪ ਸੇਕ ਲਵਾਂ। ਪਰ ਨਹੀਂ, ਇਹ ਕੰਮ ਦਾ ਵਕਤ ਹੈ, ਵੇਲੇ ਵੇਲੇ ਧੁੱਪ ਸੇਕਾਂਗੇ। ਫਿਰ ਅੱਜ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ, ਨਵਾਂ ਸਾਲ ਵੀ ਚੜ੍ਹਿਆ ਅੱਜ, ਨਾਲੇ ਗੁਰਪੁਰਬ ਵੀ ਹੈ। ਖੁਸ਼ੀਆਂ ਹੀ ਖੁਸ਼ੀਆਂ ਨੇ ਚਾਰੇ ਪਾਸੇ। ਸਾਰੇ ਚਾਈ ਚਾਈ ਜਾ ਰਹੇ ਆ ਬਾਬੇ ਦੇ ਘਰ, ਆਪਾਂ ਵੀ ਚੱਲਦੇ ਆਂ ਦਰਸ਼ਨ ਕਰਨ। ਦੇਰ ਤਾਂ ਲੱਗ ਜਾਊ, ਭੀੜ ਬਹੁਤ ਹੈ, ਪਰ ਕੀ ਹੈ ਦੇਰ ਦਾ ਵੀ, ਸਾਰੀ ਉਮਰ ਪਈ ਆ ਪੈਸੇ ਕਮਾਉਣ ਵਾਸਤੇ। ਕਿਸੇ ਵੇਲੇ ਬੰਦੇ ਨੂੰ ਰੱਬ ਦਾ ਨਾਂ ਵੀ ਲੈਣਾ ਚਾਹੀਦਾ। ਆਪਾਂ ਵੀ ਗਏ ਸਾਂ ਕਦੀ ਪਿੰਡ ਦੇ ਗੁਰਦੁਆਰੇ ਵਿਆਹ ਤੋਂ ਪਿੱਛੋਂ, ਕਿੰਨਾ ਚੰਗਾ ਚੰਗਾ ਲੱਗਦਾ ਸੀ ਉਹ ਸਾਰਾ ਕੁਝ। ਇੰਨੇ ਨੂੰ ਹੋਰ ਸਵਾਰੀਆਂ ਜਿਹੜੀਆਂ ਆ ਜਾਂਦੀਆਂ ਬੱਚੋ, ਉਹ ਵਾਰਤਾਲਾਪ ਹੈ ਜਿਹੜੀ ਬੰਤੇ ਨਾਲ ਕਰਨੀ ਸ਼ੁਰੂ ਕਰ ਦਿੰਦੀਆਂ ਨੇ। ਤੇ ਆਪਣਾ ਜਿਹੜਾ ਹੈਗਾ ਅੱਜ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ। ਨੈਕਸਟ ਵੀਡੀਓ ਦੇ ਵਿੱਚ ਫੇਰ ਮਿਲਾਂਗੇ। ਜੇਕਰ ਤੁਸੀਂ ਪਹਿਲਾਂ ਵਾਲੀ ਵੀਡੀਓ, ਪ੍ਰੀਵੀਅਸ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਲਿੰਕ ਦਿੱਤਾ ਹੋਇਆ ਹੈ, ਉਸ ਵੀਡੀਓ ਨੂੰ ਜ਼ਰੂਰ ਵੇਖਣਾ ਹੈ। ਵੀਡੀਓ ਨੂੰ ਕਰ ਦਿਓ ਲਾਈਕ, ਕਮੈਂਟ ਤੇ ਸ਼ੇਅਰ, ਚੈਨਲ ਨੂੰ ਕਰ ਲਵੋ ਸਬਸਕ੍ਰਾਈਬ। ਤੇ ਮਿਲਾਂਗੇ ਫਿਰ ਨੈਕਸਟ ਵੀਡੀਓ ਦੇ ਵਿੱਚ ਤੇ ਨਾਵਲ ਦੇ ਅਗਲੇ ਭਾਗ ਦੇ ਵਿੱਚ। ਤਦ ਤੱਕ ਲਈ ਗੁੱਡ ਬਾਏ।